ਹੈਲੋ एवरीवन ਵੈਲਕਮ ਟੂ ਸਟੱਡੀ ਸ਼ੌਕਤ। ਹੇਅਰ ਸਟੱਡੀ ਬਿਕਮਸ ਈਜ਼ੀਅਰ। ਜਿਵੇਂ ਤੁਸੀਂ ਦੇਖ ਸਕਦੇ ਹੋ ਜੀ, ਆਪਾਂ ਪੰਜਾਬੀ ਗ੍ਰਾਮਰ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ ਪੰਜਾਬੀ ਵਿਆਕਰਣ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਦੇ ਹਾਂ। ਇਹ ਆਪਣੀ ਸੀਰੀਜ਼ ਐਨਟੀਟੀ, ਲੈਕਚਰਰ, ਪਟਵਾਰੀ, ਪੀਐਸਟੈਟ, ਸੀਟੈਟ, ਈਟੀਟੀ, ਮਾਸਟਰ ਕਾਡਰ, ਪੀਐਸਪੀਐਸਐਲ, ਪੰਜਾਬ ਪੁਲਿਸ, ਸਾਰੇ ਹੀ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਲਈ ਹੈਲਪਫੁਲ ਰਹਿਣ ਵਾਲੀ ਹੈ। ਇਹਦੇ ਵਿੱਚ ਆਪਾਂ ਪੰਜਾਬੀ ਗ੍ਰਾਮਰ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਦੇ ਹਾਂ। ਤਾਂ ਸਾਰੇ ਲੈਕਚਰ ਦੀ ਪਲੇਲਿਸਟ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜੇਗੀ, ਤੇ ਸਾਰੇ ਹੀ ਲੈਕਚਰ ਦੇ ਨੋਟਸ ਜਿਹੜੇ ਤੁਹਾਨੂੰ ਟੈਲੀਗ੍ਰਾਮ ਚੈਨਲ ਤੋਂ ਮਿਲ ਜਾਣਗੇ। ਉੱਥੇ ਆਪਾਂ ਅਲੱਗ-ਅਲੱਗ ਸਬਜੈਕਟਸ ਦੇ ਕੁਇਜ਼ ਵੀ ਜਿਹੜੇ ਪ੍ਰੋਵਾਈਡ ਕਰਵਾਉਂਦੇ ਹਾਂ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ, ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਈਡੀਅਮ ਫਰੇਜ਼ਿਸ ਇੱਕ ਸੀਰੀਜ਼ ਆਪਾਂ ਆਪਣੇ ਫੇਸਬੁੱਕ ਪੇਜ ਤੇ ਸ਼ੁਰੂ ਕੀਤੀ ਹੋਈ ਹੈ। ਉਸਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ, ਉਸਨੂੰ ਤੁਸੀਂ ਫੋਲੋ ਕਰ ਸਕਦੇ ਹੋ। ਅਗਰ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਸਬਜੈਕਟ ਦੀ ਲਾਈਕ ਇੰਗਲਿਸ਼ ਔਰ ਸਾਇੰਸ ਦੀ ਸੀਰੀਜ਼ ਆਪਾਂ ਜਲਦੀ ਆਪਣੇ ਚੈਨਲ ਤੇ ਸ਼ੁਰੂ ਕਰਨ ਵਾਲੇ ਹਾਂ, ਕੋਈ ਹੋਰ ਸਬਜੈਕਟ ਦੀ ਸੀਰੀਜ਼, ਹੋਰ ਸਬਜੈਕਟ ਦੀ ਵੀਡੀਓ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਸ਼ੁਰੂ ਕਰਦੇ ਜੀ ਆਪਣੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਹਾਂਜੀ, ਆਪਣਾ ਜਿਹੜਾ ਨੈਕਸਟ ਟਾਈਪ ਆ ਗਈ ਜੀ ਪ੍ਰਸ਼ਨਵਾਚਕ ਪੜਨਾਮ। ਇਸ ਤੋਂ ਪਹਿਲਾਂ ਆਪਾਂ ਪੜਨਾਮ ਕਰ ਰਹੇ ਸੀ ਤੇ ਉਹਦੀ 3 ਟਾਈਪਸ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ ਚੌਥੀ ਟਾਈਪ ਤੋਂ ਸ਼ੁਰੂ ਕਰ ਰਹੇ ਹਾਂ, ਪ੍ਰਸ਼ਨਵਾਚਕ ਪੜਨਾਮ। ਕੀ ਹੁੰਦੇ ਜੀ ਪ੍ਰਸ਼ਨਵਾਚਕ ਪੜਨਾਮ? ਜਿਸ ਪੜਨਾਮ ਤੋਂ ਸਾਨੂੰ ਕਿਸੇ ਕੁਐਸਚਨ ਬਾਰੇ ਯਾਨੀ ਕਿ ਕਿਸੇ ਪ੍ਰਸ਼ਨ ਦੇ ਪੁੱਛੇ ਜਾਣ ਬਾਰੇ ਪਤਾ ਚੱਲੇ, ਉਹਨੂੰ ਆਪਾਂ ਕਹਿੰਦੇ ਹਾਂ ਪ੍ਰਸ਼ਨਵਾਚਕ ਪੜਨਾਮ। ਜਿਸ ਪੜਨਾਮ ਸ਼ਬਦ ਤੋਂ ਪ੍ਰਸ਼ਨ ਪੁੱਛੇ ਜਾਣ ਦਾ ਪਤਾ ਲੱਗੇ, ਉਹਨੂੰ ਆਪਾਂ ਕਹਿੰਦੇ ਹਾਂ ਜੀ ਪ੍ਰਸ਼ਨਵਾਚਕ ਪੜਨਾਮ। ਜਿਵੇਂ ਕਿੱਥੋਂ, ਕਿਵੇਂ, ਕਿਸ ਦਾ, ਕਿਸ ਨੂੰ, ਕਾਹਨੂੰ ਆਦਿ। ਤਾਂ ਅਜਿਹੇ ਸ਼ਬਦਾਂ ਤੋਂ ਸਾਨੂੰ ਪ੍ਰਸ਼ਨ ਪੁੱਛੇ ਜਾਣ ਬਾਰੇ ਪਤਾ ਚੱਲਦਾ ਹੈ। ਇਹ ਸ਼ਬਦਾਂ ਨੂੰ ਅਸੀਂ ਕਹਿੰਦੇ ਹਾਂ ਪ੍ਰਸ਼ਨਵਾਚਕ ਪੜਨਾਮ। ਇੱਥੇ ਟਾਈਪ ਆਪਾਂ ਇਹਦੀ ਕਰਦੇ ਹਾਂ ਜੀ ਨਿਸ਼ਚੇਵਾਚਕ ਪੜਨਾਮ। ਨਿਸ਼ਚੇਵਾਚਕ ਪੜਨਾਮ। ਨਿਸ਼ਚੇਵਾਚਕ ਪੜਨਾਮ ਸ਼ਬਦ ਤੁਹਾਨੂੰ ਪਤਾ ਚੱਲ ਰਿਹਾ ਹੋਣਾ ਨਿਸ਼ਚੇ, ਜਿਸ ਤੋਂ ਸਾਨੂੰ ਨਿਸ਼ਚਿਤ ਕਿਸੇ ਚੀਜ਼ ਦਾ ਪਤਾ ਚੱਲਦਾ ਹੈ। ਜੋ ਸ਼ਬਦ ਕਿਸੇ ਨੇੜੇ ਜਾਂ ਦੂਰ ਪਈ ਵਸਤੂ ਵੱਲ ਇਸ਼ਾਰਾ ਕਰੇ। ਮਤਲਬ ਇਹ ਹੈ ਜੀ ਉਹ ਸ਼ਬਦ ਜਿਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਜਿਸ ਵਸਤੂ ਬਾਰੇ ਗੱਲ ਕੀਤੀ ਜਾ ਰਹੀ ਹੈ ਉਹ ਨਿਸ਼ਚਿਤ ਤੌਰ ਤੇ ਉਸ ਵਸਤੂ ਬਾਰੇ ਸਾਨੂੰ ਪਤਾ ਚੱਲੇ ਕਿ ਉਹ ਦੂਰ ਪਈ ਹੈ, ਨੇੜੇ ਪਈ ਹੈ। ਕਿਸ ਵਸਤੂ ਬਾਰੇ ਗੱਲ ਕੀਤੀ ਜਾ ਰਹੀ ਹੈ, ਉਹ ਵਸਤੂ ਦੀ ਨਿਸ਼ਚਿਤਤਾ ਬਾਰੇ ਸਾਨੂੰ ਪੂਰੀ ਤਰ੍ਹਾਂ ਪਤਾ ਚੱਲੇ, ਉਹਨੂੰ ਕਹਿੰਦੇ ਆਪਾਂ ਨਿਸ਼ਚੇਵਾਚਕ ਪੜਨਾਮ। ਸੋ ਉਹ ਸ਼ਬਦ ਜਿਸ ਤੋਂ ਸਾਨੂੰ ਨਿਸ਼ਚਿਤ ਕਿਸੇ ਚੀਜ਼ ਦੇ ਪਏ ਹੋਣ ਬਾਰੇ, ਨੇੜੇ ਹੋਣ ਬਾਰੇ ਤੇ ਦੂਰ ਹੋਣ ਬਾਰੇ ਪਤਾ ਚੱਲੇ, ਉਸਨੂੰ ਅਸੀਂ ਕਹਿੰਦੇ ਹਾਂ ਨਿਸ਼ਚੇਵਾਚਕ ਪੜਨਾਮ। ਉਦਾਹਰਨ ਉਹ ਗੇਂਦ ਪਈ ਹੈ। ਤਾਂ ਗੇਂਦ ਦੀ ਗੱਲ ਹੋ ਰਹੀ ਹੈ ਜੀ, ਕਿੱਥੇ ਪਈ ਹੈ? ਉਹ ਤੋਂ ਸਾਨੂੰ ਪਤਾ ਚੱਲ ਰਿਹਾ ਹੈ ਕਿ ਉਹ ਮਤਲਬ ਕਿਤੇ ਦੂਰ ਪਈ ਹੈ, ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ ਕਿਹਾ ਜਾ ਰਿਹਾ ਕਿ ਉਹ ਗੇਂਦ ਪਈ ਹੈ। ਦੈਟ ਮੀਨਸ ਉਹ ਚੀਜ਼ ਜੋ ਦੂਰ ਪਈ ਹੈ ਤੇ ਨਾਲ ਉਸ ਵੱਲ ਇਸ਼ਾਰਾ ਕਰਕੇ ਕਿਹਾ ਜਾ ਰਿਹਾ, ਤਾਂ ਨਿਸ਼ਚਿਤ ਇੱਕ ਚੀਜ਼ ਬਾਰੇ ਦੱਸਿਆ ਜਾ ਰਿਹਾ। ਇਸ ਕਰਕੇ ਇਹ ਹੋ ਗਿਆ ਜੀ ਨਿਸ਼ਚੇਵਾਚਕ ਪੜਨਾਮ। ਉਹ ਸ਼ਬਦ ਜਿਹੜਾ ਹੈਗਾ ਜੀ ਇਹ ਹੋ ਗਿਆ ਨਿਸ਼ਚੇਵਾਚਕ ਪੜਨਾਮ। ਹਾਂਜੀ, ਇਹਦੇ ਵਿੱਚ ਅਕਸਰ ਇੱਕ ਕੁਐਸਚਨ ਆ ਜਾਂਦਾ ਬੱਚਿਆਂ ਦਾ ਕਿ ਜਿਹੜੀ ਜਿਵੇਂ ਹੁਣ ਉਹ ਸ਼ਬਦ ਹੋ ਗਿਆ ਜਾਂ ਇਹ ਸ਼ਬਦ ਹੋ ਗਿਆ, ਇਹ ਨਿਸ਼ਚੇਵਾਚਕ ਪੜਨਾਮ ਹੈ ਜਾਂ ਫਿਰ ਆਪਾਂ ਇਹ ਸ਼ਬਦ ਆਪਾਂ ਕਿਹਦੇ ਵਿੱਚ ਦੇਖੇ ਸੀਗੇ? ਆਪਾਂ ਅਨਯ ਪੁਰਖਵਾਚਕ ਵਿੱਚ ਵੀ ਦੇਖੇ ਸੀ। ਅਗਰ ਤੁਹਾਨੂੰ ਯਾਦ ਹੋਏਗਾ, ਅਨਯ ਪੁਰਖਵਾਚਕ ਯਾਨੀ ਅਗਰ ਆਪਾਂ ਕਿਸੇ ਤੀਸਰੇ ਬੰਦੇ ਬਾਰੇ ਗੱਲ ਕਰਦੇ ਹਾਂ, ਉਹਦੇ ਬਾਰੇ ਜਦੋਂ ਆਪਾਂ ਕਹਿੰਦੇ ਹਾਂ ਤਦ ਵੀ ਉਹ ਤੇ ਇਹ ਜਿਹੜਾ ਹੈ ਉਹ ਇਸ਼ਾਰਾ ਕੀਤਾ ਜਾਂਦਾ ਹੈ। ਹੁਣ ਇੱਥੇ ਅਕਸਰ ਹੀ ਕੁਐਸਚਨ ਆ ਜਾਂਦਾ ਕਿ ਨਿਸ਼ਚੇਵਾਚਕ ਤੇ ਫਿਰ ਅਨਯ ਪੁਰਖਵਾਚਕ ਵਿੱਚ ਕੀ ਅੰਤਰ ਹੈ। ਦੇਖੋ ਇੱਥੇ ਕੁਐਸਚਨ ਕੀ ਆਉਂਦਾ ਹੈ, ਨਿਸ਼ਚੇਵਾਚਕ ਪੜਨਾਮ ਤੇ ਅਨਯ ਪੁਰਖਵਾਚਕ ਪੜਨਾਮ ਵਿੱਚ ਡਿਫਰੈਂਸ ਕੀ ਹੈ? ਹਾਂ, ਜਿਹਦੇ ਵਿੱਚ
डिफरेंस की है। तो ये है जी निश्चयवाचक पड़नाम दूर या नेड़े पई वस्तु ਵੱਲ इशारा करके उसकी निश्चितता बारे दसदा है। तो अन्य पुरख ਦੇ ਵਿੱਚ अन्य पुरख पड़नाम ਦੇ ਵਿੱਚ ਜਿਹੜਾ ਆਪਾਂ ਉਹ ਜਾਂ ਇਹ ਸ਼ਬਦ ਲਗਾਉਂਦੇ ਆ ਉਹ ਕਿਸੇ ਵਿਅਕਤੀ ਲਈ ਲਗਾਉਂਦੇ ਆ। ਤਾਂ ਹਮੇਸ਼ਾ ਜਿਹੜੀ ਗ੍ਰਾਮਰ ਹੈ ਉਹ ਸਿਰਫ ਰੂਲਸ ਦੇ ਅਕੋਰਡਿੰਗ ਹੀ ਨਹੀਂ, ਮਤਲਬ ਉਹਦੇ ਪਿੱਛੇ ਯੂਜ਼ ਹੋਣ ਵਾਲੇ ਸ਼ਬਦ ਦੇ ਪਿੱਛੇ ਯੂਜ਼ ਹੋਣ ਵਾਲੇ ਪਰਪਸ ਦੇ ਅਕੋਰਡਿੰਗ ਵੀ ਕੰਮ ਕਰਦੀ ਹੈ। ਯਾਨੀ ਕਿ ਉਹਦੇ ਪਿੱਛੇ ਪਰਪਸ ਕੀ ਹੈ, ਤੁਸੀਂ ਉਹ ਇਹ ਸ਼ਬਦ ਕਿਸ ਪਰਪਸ ਲਈ ਲਗਾਇਆ ਜਾਂਦਾ ਹੈ, ਤਾਂ ਵਾਕ ਨੂੰ ਸਮਝ ਕੇ ਫਿਰ ਆਪਾਂ ਡਿਸਾਈਡ ਕਰਦੇ ਹਾਂ ਕਿ ਇਹ ਕਿਹੜੀ ਕੈਟੇਗਰੀ ਦੇ ਵਿੱਚ ਆਉਂਦੀ ਹੈ। ਅਗਰ ਤਾਂ ਉਹ ਕਿਸੇ ਦੂਰ ਜਾਂ ਨੇੜੇ ਪਈ ਵਸਤੂ ਵੱਲ ਇਸ਼ਾਰਾ ਕਰਕੇ ਉਹਦੇ ਹੋਣ ਬਾਰੇ ਦੱਸਦੀ ਹੈ ਤਾਂ ਉਹ ਹੋ ਗਿਆ ਜੀ ਨਿਸ਼ਚੈਵਾਚਕ ਪੜਨਾਂਵ। यानी कि किसी वस्तु वाल इशारा करते हुए, वस्तु वाल इशारा करते हुए। अगर गल चल रही है किसी तीसरे व्यक्ति बारे, किसी तीसरे व्यक्ति बारे गल चल रही है तो ਉਹਦੇ ਬਾਰੇ कोई गल की जा रही है कि वह व्यक्ति इदां दा है या उस व्यक्ति बारे कुछ गल की जा रही है, तो वह व्यक्ति लिए वरते गए शब्द ओह यह इन्ना उन्ना वो शब्द जोड़े ने वो होणगे जी फिर अन्य पुरखवाचक पड़नांव। क्योंकि आप किते ही जी पुरखवाचक पड़नांव जोड़े हैं वो व्यक्ति लिए किए जाते हैं, यूज़ किए जाते हैं। तो निश्चयवाचक पड़नांव दूर या नेड़े पई चीज़ वाल इशारा करने लिए वरते जाते हैं। तो आई थिंक ये जो डिफरेंस है बहुत इंपोर्टेंट क्वेश्चन है जी। अक्सर जो कैंडिडेट्स वो कन्फ्यूज़ हो जाते हैं कि किधर आप इसनूं कंसीडर करांगे। तो निश्चयवाचक पड़नांव जोड़ा है जी वस्तु वाल इशारा करते हुए शब्दों लिए यूज़ किया जाता है, तो अन्य पुरखवाचक पड़नांव किसी व्यक्ति बारे गल करते हुए वरत्या जाता है। तो आई होप तुहानूं ये जी चीज़ क्लीयर हो गई होएगी, थोड़े डाउट्स भी क्लीयर हो गए होंगे। तो ये सीगा जी निश्चयवाचक पड़नांव, उहदी आपां टाइप्स देख रहे सीगे। तो निश्चयवाचक पड़नांव दी अगे दो टाइप्स हुंदियां ने। किहड़ियां-किहड़ियां दो टाइप्स हुंदियां ने निश्चयवाचक पड़नांव दीयां? हाँ जी, पहली टाइप हैगी है इहदे विच निकटवर्ती, निकटवर्ती निश्चयवाचक पड़नांव। तो दूसरी यदि टाइप हैगी है जी दूरवर्ती, दूरवर्ती निश्चयवाचक पड़नांव। हुण नाम तो ही पता चल रहा जी निकटवर्ती, वो जिस तो सानू नेड़े पई चीज़ों का पता चले। निकटवर्ती तो मतलब नेड़े पई चीज़ बारे पता चले, तो उस शब्द को असीं निकटवर्ती निश्चयवाचक पड़नांव कहते हैं। जिवें नेड़े लिए किहड़े शब्द आपां इस्तेमाल करांगे, यह, इसदा, इन्ना आदि। इसी तरह दूरवर्ती ओह शब्द जो, ओह शब्द जो दूर पई वस्तु वल इशारा करे, उन्होंने आपां कहने जी दूरवर्ती निश्चयवाचक पड़नांव। जिवें इन्हां लई किहड़े शब्द होणगे, ओह, उन्ना, उसदा आदि। ये चीज़ हुण तुहानूं क्लीयर हो गई होनी है। निश्चयवाचक पड़नांव जो किसी दूर या नेड़े पई वस्तु वाल इशारा करे वो शब्दां नूं असीं कहने निश्चयवाचक पड़नांव। दो तरह के हुंदे, निकटवर्ती ते दूरवर्ती। तो ये निकटवर्ती दे विच आंदे जी वो शब्द जिहड़े नेड़े पई चीज़ां वाल इशारा करते हैं, तो दूरवर्ती विच वो शब्द आंदे जो दूर पई चीज़ां वाल इशारा करते हैं। तो निश्चयवाचक पड़नांव ते अन्य पुरखवाचक पड़नांव दे विच की डिफरेंस है आपां इहदे विच वो भी समझिया। हुण आपां पड़नांव दी करदे हां जी। लास्ट जिहड़ी टाइप हैगी 6वीं टाइप अनिश्चयवाचक पड़नांव। हाँ जी, नैक्सट अपने को टाइप आ जाती है जी अनिश्चयवाचक पड़नांव। तो कुछ नाम तो पता चल रहा है अनिश्चयवाचक। अनिश्चय मतलब जिसके बारे कोई सुनिश्चित सानू ना पता हो, कोई ऐसी चीज़ जिसके वाल इशारा किया जा रहा हो, जो दिखाई दी जा रही हो, परंतु वो किन्नी है उसकी क्वांटिटी बारे तो उसके बारे सानू कोई भी नॉलेज ना हो, बिल्कुल भी निश्चित रूप में उसके होने बारे या वो किन्नी है उसकी क्वांटिटी बारे सानू ना पता हो, तद आप उसनूं कहने अनिश्चयवाचक पड़नांव। तुसीं लिख सकते हो इहदे विच जो शब्द किसी दिखाई देन वाली वस्तु वल इशारा तां करे पर उस दी मात्रा जां गिनती बारे निश्चित रूप विच ना दसे, उन्हां शब्दां नूं असीं कहने जी अनिश्चयवाचक
पड़नाव। जिवें उदाहरण देखो, जिवें हैगा जी साडे कोल पहली सारे बच्चे पढ़ रहे ਹਨ। ਸਾਰੇ ਬੱਚੇ ਪੜ੍ਹ ਰਹੇ ਹਨ। ਤੇ ਇਹਦੇ ਵਿੱਚ ਦੇਖੋ ਕਿਸ ਚੀਜ਼ ਵੱਲ ਇਸ਼ਾਰਾ ਕੀਤਾ ਜਾ ਰਿਹਾ ਜੀ, ਬੱਚਿਆਂ ਵੱਲ ਇਸ਼ਾਰਾ ਕੀਤਾ ਜਾ ਰਿਹਾ। ਪਰ ਕੀ ਦੱਸਿਆ ਜਾ ਰਿਹਾ ਕਿ ਸਾਰੇ ਬੱਚੇ, ਕਿਹੜੇ ਸ਼ਬਦ ਨਾਲ ਇਸ਼ਾਰਾ ਕੀਤਾ ਜਾ ਰਿਹਾ, ਸਾਰੇ ਦੇ ਨਾਲ ਇਸ਼ਾਰਾ ਕੀਤਾ ਜਾ ਰਿਹਾ। ਲੇਕਿਨ ਇਸ ਸਾਰੇ ਦੇ ਵਿੱਚੋਂ ਸਾਨੂੰ ਇਹ ਨਹੀਂ ਪਤਾ ਕਿ ਕਿੰਨੇ ਬੱਚੇ ਜਿਹੜੇ ਆ ਉਹ ਪੜ੍ਹ ਰਹੇ ਆ, ਉਸਦੀ ਗਿਣਤੀ ਬਾਰੇ ਸਾਨੂੰ ਇੱਥੇ ਨੌਲੇਜ ਨਹੀਂ ਮਿਲ ਰਹੀ। ਤਾਂ ਅਜਿਹੇ ਸ਼ਬਦ ਜੋ ਸਾਨੂੰ ਇਹ ਤਾਂ ਦੱਸਣ ਕਿ ਹਾਂ ਕਿਸ ਵੱਲ ਇਸ਼ਾਰਾ ਕੀਤਾ ਜਾ ਰਿਹਾ, ਪਰ ਨਾਲ ਹੀ ਸਾਨੂੰ ਉਹਨਾਂ ਦੀ ਕੁਆਂਟੀਟੀ ਬਾਰੇ, ਉਹਨਾਂ ਦੀ ਗਿਣਤੀ ਬਾਰੇ ਸਾਨੂੰ ਨਾ ਦੱਸੇ, ਅਨਿਸ਼ਚਿਤਤਾ ਰਹੇ ਉਸ ਗਿਣਤੀ ਬਾਰੇ, ਤਾਂ ਅਸੀਂ ਉਹਨਾਂ ਸ਼ਬਦਾਂ ਨੂੰ ਕਹਿੰਦੇ ਹਾਂ ਅਨਿਸ਼ਚਿਤ ਪੜ੍ਹਨਾਂਵ। ਇਸ ਤੋਂ ਇਲਾਵਾ ਕੁਝ ਹੋਰ ਉਦਾਹਰਨਾਂ, ਕੁਝ ਹੋਰ ਐਸੇ ਸ਼ਬਦ ਜਿਹੜੇ ਵਰਤੇ ਜਾਂਦੇ ਆ ਇਹਨਾਂ ਲਈ, ਜਿਵੇਂ ਜ਼ਰਾ ਕੁ। ਕੋਈ ਚੀਜ਼ ਆਪਾਂ ਕਹਿੰਦੇ ਹਾਂ ਕਿ ਜ਼ਰਾ ਕੁ ਪਾ ਦਿੱਤੀ, ਜਿਵੇਂ ਜ਼ਰਾ ਕੁ ਨਮਕ ਖਾਣੇ ਵਿੱਚ ਪਾ ਦਿੱਤਾ ਜਾਵੇ, ਤਾਂ ਜ਼ਰਾ ਕੁ ਨਮਕ ਮਤਲਬ ਥੋੜ੍ਹਾ ਜਿਹਾ ਨਮਕ। ਇਸ ਵਿੱਚ ਥੋੜ੍ਹਾ ਜਿਹਾ ਵੀ ਜਿਹੜਾ ਹੈ, ਥੋੜ੍ਹਾ ਜਿਹਾ, ਇਹ ਵੀ ਜਿਹੜਾ ਹੈ ਸਾਨੂੰ ਇਹ ਨਹੀਂ ਦੱਸਦਾ ਕਿ ਕਿੰਨਾ, ਗਿਣਤੀ ਮਾਤਰਾ ਸਾਨੂੰ ਇਸ ਤੋਂ ਨਹੀਂ ਪਤਾ ਚੱਲਦੀ ਵੀ ਕਿੰਨੇ ਦੀ ਗੱਲ ਕੀਤੀ ਜਾ ਰਹੀ ਹੈ। ਥੋੜ੍ਹਾ, ਬਹੁਤਾ, ਘੱਟ, ਵੱਧ, ਬਥੇਰਾ, ਕੁਝ ਕੁ, ਕਈ, ਸਾਰੇ, ਸਭ, ਸਰਬੱਤ। ਆਪਾਂ ਅਕਸਰ ਹੀ ਕਹਿੰਦੇ ਹਾਂ ਜੀ ਸਰਬੱਤ ਦਾ ਭਲਾ, ਸਰਬੱਤ ਮਤਲਬ ਸਭ ਦਾ, ਪਰ ਸਭ ਦੇ ਵਿੱਚ ਕਿੰਨੇ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਕਾਊਂਟਿੰਗ ਦੀ ਗੱਲ ਆਪਾਂ ਇੱਥੇ ਨਹੀਂ ਕਰਦੇ। ਤਾਂ ਅਜਿਹੇ ਕੁਝ ਸ਼ਬਦਾਂ ਨੂੰ ਆਪਾਂ ਕਹਿੰਦੇ ਹਾਂ ਜੀ ਅਨਿਸ਼ਚਿਤ ਵਾਚਕ ਪੜ੍ਹਨਾਂਵ। ਇੱਥੇ ਆਪਣੇ ਪੜ੍ਹਨਾਂਵ ਦੀ ਜਿਹੜੀ ਕਿਸਮਾਂ ਨੇ ਉਹ ਖਤਮ ਹੁੰਦੀਆਂ ਨੇ। ਆਪਾਂ ਟੋਟਲ ਜਿਹੜੀਆਂ ਪੜ੍ਹਨਾਂਵ ਦੀਆਂ 6 ਕਿਸਮਾਂ ਕੀਤੀਆਂ। ਹਾਂਜੀ, ਆਪਾਂ ਪ੍ਰਯੋਗ ਦੇ ਆਧਾਰ 'ਤੇ ਸ਼ਬਦਾਂ ਦਾ ਵਰਗੀਕਰਨ ਕਰ ਰਹੇ ਹਾਂ, ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਨਾਮ ਦੇਖਿਆ, ਅਤੇ ਨਾਮ ਦੀਆਂ ਟੋਟਲ ਟਾਈਪਸ ਹੈਗੀਆਂ ਜੀ 5। ਉਸ ਤੋਂ ਬਾਅਦ ਅੱਜ ਆਪਾਂ ਆਪਣਾ ਪੜ੍ਹਨਾਂਵ ਜਿਹੜਾ ਉਹ ਕੰਪਲੀਟ ਕਰ ਚੁੱਕੇ ਹਾਂ, ਅਤੇ ਪੜ੍ਹਨਾਂਵ ਦੀਆਂ ਟੋਟਲ ਟਾਈਪਸ ਆਪਾਂ ਇੱਥੇ ਦੇਖੀਆਂ ਨੇ 6। ਪੜ੍ਹਨਾਂਵ ਦੀ ਕਿੰਨੀਆਂ ਟਾਈਪਸ ਹੁੰਦੀਆਂ ਨੇ? 6। ਨਾਮ ਦੀਆਂ 5, ਪੜ੍ਹਨਾਂਵ ਦੀਆਂ 6। ਹੁਣ ਅੱਗੇ ਆਪਾਂ ਕਰਨ ਲੱਗੇ ਹਾਂ ਵਿਸ਼ੇਸ਼ਣ। ਹਾਂਜੀ, ਹੁਣ ਆਪਾਂ ਤੀਸਰੀ ਟਾਈਪ ਕਰਨ ਲੱਗੇ ਹਾਂ, ਜਿਹੜੀ ਕਿ ਹੈਗੀ ਹੈ ਵਿਸ਼ੇਸ਼ਣ। ਵਿਸ਼ੇਸ਼ਣ ਜਿਹੜੀ ਹੈ ਕਿਹੜਾ ਸ਼ਬਦ ਹੈ ਜੀ? ਇਹ ਵਿਕਾਰੀ ਸ਼ਬਦ ਹੈ ਕਿ ਅਵਿਕਾਰੀ ਸ਼ਬਦ ਹੈ? ਇਹ ਹੈਗਾ ਜੀ ਵਿਕਾਰੀ ਸ਼ਬਦ। ਕਿਉਂ? ਕਿਉਂਕਿ ਇਹਦੇ ਵਿੱਚ ਲਿੰਗ, ਵਚਨ ਅਤੇ ਕਾਰਕ ਦੇ ਆਧਾਰ 'ਤੇ ਬਦਲਾਵ ਆਉਂਦੇ ਨੇ, ਇਹ ਆਪਣਾ ਰੂਪ ਬਦਲ ਦਿੰਦਾ। ਅਤੇ ਇਹ ਹੋ ਗਿਆ ਜੀ ਵਿਕਾਰੀ ਸ਼ਬਦ, ਵਿਸ਼ੇਸ਼ਣ। ਇਹਦੀ ਅਗਰ ਆਪਾਂ ਡੈਫੀਨੇਸ਼ਨ ਜਾਂ ਮੀਨਿੰਗ ਦੀ ਗੱਲ ਕਰ ਲਈਏ, ਵਿਸ਼ੇਸ਼ਣ ਹੁੰਦਾ ਕੀ ਹੈ ਜੀ? ਸਭ ਤੋਂ ਪਹਿਲਾਂ ਆਪਾਂ ਨਾਮ ਦੇਖਿਆ, ਫਿਰ ਆਪਾਂ ਪੜ੍ਹਨਾਂਵ ਦੇਖਿਆ। ਪੜ੍ਹਨਾਂਵ ਉਹ ਹੁੰਦਾ ਜੋ ਨਾਮ ਦੀ ਥਾਂ 'ਤੇ ਵਰਤਿਆ ਜਾਵੇ, ਅਤੇ ਵਿਸ਼ੇਸ਼ਣ ਉਹ ਹੁੰਦਾ ਜੀ ਜੋ ਨਾਮ ਜਾਂ ਪੜ੍ਹਨਾਂਵ ਦੋਹਾਂ ਦੇ ਬਾਰੇ ਉਹਨਾਂ ਦਾ ਵਿਸ਼ਲੇਸ਼ਣ ਕਰੇ ਜਾਂ ਉਹਨਾਂ ਬਾਰੇ ਦੱਸੇ, ਅਰਥਾਤ ਉਹਦੇ ਗੁਣ ਜਾਂ ਔਗੁਣਾਂ ਬਾਰੇ ਦੱਸੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜੀ ਵਿਸ਼ੇਸ਼ਣ। ਜੋ ਨਾਮ ਜਾਂ ਪੜ੍ਹਨਾਂਵ ਬਾਰੇ ਕੁਝ ਵੀ ਵਿਆਖਿਆ ਕਰਦਾ ਜੀ, ਉਹ ਸ਼ਬਦ ਵਿਸ਼ੇਸ਼ਣ ਕਹਿਲਾਉਂਦਾ। ਹਾਂਜੀ, ਇਹਦੀ ਡੈਫੀਨੇਸ਼ਨ ਦੀ ਗੱਲ ਕਰ ਲਈ ਤਾਂ ਡੈਫੀਨੇਸ਼ਨ ਲਿਖ ਲਓ। ਜੋ ਸ਼ਬਦ ਨਾਂਵ ਜਾਂ ਪੜ੍ਹਨਾਂਵ ਦੀ ਵਿਆਖਿਆ ਦਾ ਅਰਥਾਤ ਕੀ ਹੈ ਕਿ ਉਹਨਾਂ ਦੇ ਗੁਣ, ਔਗੁਣ, ਗਿਣਤੀ ਮਿਣਤੀ ਦੱਸ ਕੇ ਜਾਂ ਵਿਆਖਿਆ ਕਰਕੇ ਉਹਨਾਂ ਨੂੰ ਮਤਲਬ ਨਾਮ ਅਤੇ ਪੜ੍ਹਨਾਂਵ ਨੂੰ, ਉਹਨਾਂ ਨੂੰ ਖਾਸ ਬਣਾਵੇ। ਅਜਿਹੇ ਸ਼ਬਦਾਂ ਨੂੰ ਆਪਾਂ ਕਹਿੰਦੇ ਹਾਂ ਜੀ ਵਿਸ਼ੇਸ਼ਣ। ਠੀਕ ਹੈ ਜੀ। ਵਿਸ਼ੇਸ਼ਣ ਨਾਮ ਅਤੇ ਪੜ੍ਹਨਾਂਵ ਦੀ ਵਿਆਖਿਆ ਕਰਦਾ, ਉਹਨਾਂ ਦੇ ਗੁਣ ਔਗੁਣ ਬਾਰੇ ਦੱਸਦਾ, ਉਹਨਾਂ ਦੀ ਗਿਣਤੀ ਮਿਣਤੀ ਬਾਰੇ ਦੱਸਦਾ, ਯਾਨੀ ਕਿ ਨਾਮ ਪੜ੍ਹਨਾਂਵ ਬਾਰੇ ਜੋ ਕੁਝ ਵੀ ਦੱਸ ਕੇ ਉਹਨਾਂ ਨੂੰ ਖਾਸ ਬਣਾਉਂਦਾ, ਉਹ ਹੁੰਦਾ ਜੀ ਵਿਸ਼ੇਸ਼ਣ। ਜਿਵੇਂ ਗੀਤਾ ਦਾ ਰੰਗ ਗੋਰਾ ਹੈ। ਤਾਂ ਇਹਦੇ ਵਿੱਚ ਗੀਤਾ ਜੋ ਹੈ ਜੀ, ਇਹ ਕਿਸੇ ਕੁੜੀ ਦਾ ਨਾਮ ਹੈ, ਅਤੇ ਇਹ ਹੋ ਗਿਆ ਜੀ ਖਾਸ ਨਾਂਵ, ਇਹ ਹੋ ਗਿਆ ਜੀ ਨਾਂਵ। ਹੁਣ ਉਹਦੇ ਬਾਰੇ ਕੀ ਦੱਸਿਆ ਜਾ ਰਿਹਾ ਕਿ ਉਹਦਾ ਰੰਗ ਕੀ ਹੈ? ਗੋਰਾ ਹੈ। ਤਾਂ ਉਹਦੇ ਬਾਰੇ ਜੋ ਵਿਆਖਿਆ ਕੀਤੀ ਜਾ ਰਹੀ ਹੈ, ਉਹਦੇ ਜੋ ਗੁਣ ਦੱਸੇ ਜਾ ਰਹੇ ਆ, ਉਹ ਹੋ ਗਿਆ ਉਹਦੇ ਰੰਗ ਬਾਰੇ ਦੱਸਣਾ ਕਿ ਉਹਦਾ ਰੰਗ ਕੀ ਹੈ? ਗੋਰਾ। ਤਾਂ ਇਹ ਕੀ ਹੋ ਗਿਆ ਜੀ? ਉਹਦਾ ਵਿਸ਼ੇਸ਼ਣ।
ਇਸੇ ਤੋਂ ਬਾਅਦ ਅਗਰ ਆਪਾਂ ਇਸਦੀ ਅਗਲੀ ਲਾਈਨ ਲਿਖੀਏ, ਹੁਣ ਜਦ ਆਪਾਂ ਗੀਤਾ ਬਾਰੇ ਗੱਲ ਕਰ ਹੀ ਰਹੇ ਹਾਂ ਤਾਂ ਹਰ ਵਾਰ ਆਪਾਂ ਗੀਤਾ ਨਹੀਂ ਲਿਖਾਂਗੇ, ਆਪਾਂ ਕੀ ਲਿਖਾਂਗੇ, ਉਹ ਇੱਕ ਚੰਗੀ ਕੁੜੀ ਹੈ। ਤਾਂ ਹੁਣ ਇਹ ਉਹ ਜਿਹੜਾ ਹੈ ਉਹ ਕਿਹਦੇ ਲਈ ਵਰਤਿਆ ਗਿਆ ਜੀ, ਗੀਤਾ ਲਈ ਵਰਤਿਆ ਗਿਆ। ਤਾਂ ਇਹ ਹੋ ਗਿਆ ਜੀ ਪੜਨਾਮ। ਤੇ ਕਿਹੜਾ ਪੜਨਾਮ ਹੋਇਆ ਇਹ ਹੋਇਆ ਜੀ ਅਨਿਆ ਪੁਰਖ ਪੜਨਾਮ। ਉਹ ਇੱਕ ਚੰਗੀ ਕੁੜੀ ਹੈ, ਤਾਂ ਉਹ ਕੀ ਹੈ ਜੀ, ਇੱਕ ਕੁੜੀ ਹੈ। ਕਿਸ ਤਰ੍ਹਾਂ ਦੀ ਕੁੜੀ ਹੈ, ਇੱਕ ਚੰਗੀ ਕੁੜੀ ਹੈ। ਤਾਂ ਉਹਦੀ ਜੋ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਉਹ ਹੋ ਗਈ ਜੀ ਚੰਗੀ ਵਿਸ਼ੇਸ਼ਣ। ਇਸਦੀ ਡੈਫੀਨੇਸ਼ਨ ਦੇ ਵਿੱਚ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਕਿ ਉਹ ਸ਼ਬਦ ਜੋ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸੇ ਉਹਨੂੰ ਆਪਾਂ ਵਿਸ਼ੇਸ਼ਣ ਕਹਿੰਦੇ ਹਾਂ। ਤਾਂ ਇਹ ਤਾਂ ਤੁਹਾਨੂੰ ਸਮਝ ਆ ਗਈ ਕਿ ਵਿਸ਼ੇਸ਼ਣ ਜੋ ਹੈ ਪੜਨਾਮ ਦੀ ਵਿਸ਼ੇਸ਼ਤਾ ਵੀ ਦੱਸ ਸਕਦਾ ਹੈ ਤੇ ਵਿਸ਼ੇਸ਼ਣ ਜੋ ਹੈ ਉਹ ਨਾਮ ਦੀ ਵਿਸ਼ੇਸ਼ਤਾ ਵੀ ਦੱਸ ਸਕਦਾ ਹੈ। ਤੇ ਇਹਦੇ ਵਿੱਚ ਇੱਕ ਗੱਲ ਹੋਰ ਸਮਝ ਲਓ ਜੀ ਕਿ ਜੋ ਵਿਸ਼ੇਸ਼ਣ ਹੈ, ਜਿਹੜਾ ਸ਼ਬਦ ਵਿਸ਼ੇਸ਼ਣ ਹੈ ਉਹ ਜਿਸ ਦੀ ਵੀ ਵਿਆਖਿਆ ਕਰਦਾ ਹੈ, ਲਾਈਕ ਜਿਸ ਦੀ ਵੀ ਵਿਸ਼ੇਸ਼ਤਾ ਦੱਸਦਾ, ਚਾਹੇ ਉਹ ਨਾਮ ਦੀ ਦੱਸੇ ਚਾਹੇ ਉਹ ਪੜਨਾਮ ਦੀ ਦੱਸੇ, ਉਸਨੂੰ ਉਸ ਨਾਮ ਜਾਂ ਉਸ ਪੜਨਾਮ ਨੂੰ ਆਪਾਂ ਕਹਿੰਦੇ ਹਾਂ ਵਿਸ਼ੇਸ਼। ਯਾਨੀ ਕਿ ਇਹ ਬਣ ਜਾਂਦਾ ਜੀ ਇਸ ਵਿਸ਼ੇਸ਼ਣ ਦਾ ਵਿਸ਼ੇਸ਼। ਵਿਸ਼ੇਸ਼ ਦਾ ਮਤਲਬ ਹੋ ਗਿਆ ਸਬਜੈਕਟ, ਕਿ ਇਹ ਵਿਸ਼ੇਸ਼ਣ ਕਿਸ ਸਬਜੈਕਟ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ। ਤਾਂ ਇਸਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਵਿਸ਼ੇਸ਼। ਨਾਮ ਜਾਂ ਪੜਨਾਮ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ, ਉਹਨਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਹੋਰ ਉਦਾਹਰਨਾਂ ਦੇਖੋ, ਜਿਵੇਂ ਚੰਗਾ, ਮਾੜਾ, ਬੁਰਾ, ਭਲਾ, ਈਮਾਨਦਾਰ, ਸਮਝਦਾਰ, ਬੇਈਮਾਨ, ਚਮਕੀਲਾ, ਸੁੰਦਰ ਆਦਿ। ਤਾਂ ਅਜਿਹੇ ਸ਼ਬਦ ਜੋ ਕਿਸੇ ਦੀ ਵਿਸ਼ੇਸ਼ਤਾ ਦੱਸੇ, ਚਾਹੇ ਉਹ ਚੰਗੀ ਵਿਸ਼ੇਸ਼ਤਾ ਹੋਵੇ ਚਾਹੇ ਮਾੜੀ ਵਿਸ਼ੇਸ਼ਤਾ ਹੋਵੇ, ਜੋ ਵੀ ਕਿਸੇ ਸ਼ਬਦ ਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਉਹ ਸ਼ਬਦ ਜਿਹੜਾ ਹੈਗਾ ਵਿਸ਼ੇਸ਼ਤਾ ਦੱਸਣ ਵਾਲਾ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਵਿਸ਼ੇਸ਼ਣ। ਇਸ ਵੀਡੀਓ ਦੇ ਵਿੱਚ ਆਪਾਂ ਪੜਨਾਮ ਦੀ ਜਿਹੜੀਆਂ ਰਹਿੰਦੀਆਂ ਟਾਈਪਸ ਸੀਗੀਆਂ ਆਪਣੀਆਂ 3 ਟਾਈਪਸ, ਪ੍ਰਸ਼ਨਵਾਚਕ ਪੜਨਾਮ, ਨਿਸ਼ਚੈਵਾਚਕ ਪੜਨਾਮ ਤੇ ਅਨਿਸ਼ਚੈਵਾਚਕ ਪੜਨਾਮ ਕੀਤਾ। ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਨਿਸ਼ਚੈਵਾਚਕ ਅਤੇ ਅਨਿਆ ਪੁਰਖਵਾਚਕ ਦੇ ਵਿੱਚ ਡਿਫਰੈਂਸ ਵੀ ਸਮਝਿਆ ਤੇ ਉਸ ਤੋਂ ਇਲਾਵਾ ਆਪਾਂ ਵਿਸ਼ੇਸ਼ਣ ਦਾ ਮੀਨਿੰਗ ਵੀ ਆਪਾਂ ਇਹਦੇ ਵਿੱਚ ਕਲੀਅਰ ਕੀਤਾ। ਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਵਿਸ਼ੇਸ਼ਣ ਦੀਆਂ ਟਾਈਪਸ ਦੇਖਾਂਗੇ। ਇਹ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਜੇ ਤੁਸੀਂ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਈਡੀਅਮ ਫਰੇਜ਼ਸ ਦੀ ਸੀਰੀਜ਼ ਨੂੰ ਤੁਸੀਂ ਸਾਡੇ ਫੇਸਬੁੱਕ ਪੇਜ ਤੋਂ ਫੋਲੋ ਕਰ ਸਕਦੇ ਹੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਅਗਰ ਤੁਸੀਂ ਸਾਇੰਸ ਕੁਇਜ਼ ਦੀ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤੇ ਇਹਨਾਂ ਪੰਜਾਬੀ ਦੇ ਸਾਰੇ ਲੈਕਚਰਸ ਦੇ ਨੋਟਸ ਲੈਣਾ ਚਾਹੁੰਦੇ ਹੋ ਤਾਂ ਸਾਡਾ ਟੈਲੀਗ੍ਰਾਮ ਚੈਨਲ ਜਿਹੜਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ, ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ, ਜਿਸ ਨਾਲ ਤੁਹਾਨੂੰ ਸਾਰੇ ਲੈਕਚਰਸ ਦੇ ਨੋਟਸ ਵੀ ਮਿਲਣਗੇ ਤੇ ਨਾਲ ਹੀ ਡੇ ਬਾਏ ਡੇ ਸਾਇੰਸ ਕੁਇਜ਼ਸ ਤੇ ਅੱਗੇ ਆਉਣ ਵਾਲੇ ਹੋਰ ਸਬਜੈਕਟ ਦੇ ਕੁਇਜ਼ ਵੀ ਤੁਹਾਨੂੰ ਉਹਦੇ ਵਿੱਚ ਮਿਲਣਗੇ। ਸੀਗੀ ਜੀ ਵੀਡੀਓ, ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਏਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਥੈਂਕ ਯੂ।